नमस्कार साथियों। पंजाबी साहित्य ਦੇ ਅੰਦਰ ਆਪਣਾ ਰਸ ਦਾ ਟੌਪਿਕ ਚੱਲ ਰਿਹਾ ਸੀ ਤੇ ਅੱਜ ਆਪਾਂ ਪੜ੍ਹਨਾ ਹੈ ਹਾਸ ਰਸ ਦੇ ਬਾਰੇ। ਬੜਾ ਹੀ ਸਰਲ ਤੇ ਸੌਖਾ ਜਿਹਾ ਟੌਪਿਕ ਹੈ ਹਾਸ ਰਸ। ਆਪਾਂ ਇਸ ਤੋਂ ਪਹਿਲੇ ਜਿਹੜੀਆਂ ਕਲਾਸਾਂ ਦੇਖ ਕੇ ਆਏ ਆ ਉਸ ਦੇ ਅੰਦਰ ਆਪਾਂ 9 ਰਸਾਂ ਦੀ ਗੱਲ ਕੀਤੀ ਸੀ ਤੇ ਉਸ ਦੇ ਅੰਦਰ ਇੱਕ ਰਸ ਹਾਸ ਰਸ ਵੀ ਸੀ। ਉਸ ਦਾ ਸਥਾਈ ਭਾਵ ਆਪਾਂ ਹਾਸਾ ਪੜ੍ਹ ਕੇ ਆਏ ਸੀ ਤੇ ਅੱਜ ਇਸੇ ਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਦੇਖਾਂਗੇ ਕੁਝ ਕਾਵੀ ਟੋਟੇ ਜਿਨ੍ਹਾਂ ਦੇ ਰਾਹੀਂ ਆਪਾਂ ਨੂੰ ਸਮਝ ਆ ਸਕੇ ਕਿ ਹਾਸ ਰਸ ਅਸਲ ਦੇ ਅੰਦਰ ਹੈ ਕੀ। ਜਿਹੜੇ ਮੇਰੇ ਸਾਥੀਆਂ ਨੇ ਇਸ ਤੋਂ ਪਹਿਲੇ ਵਾਲੀਆਂ ਕਲਾਸਾਂ ਨਹੀਂ ਦੇਖੀਆਂ ਤਾਂ ਉਹ ਚੈਨਲ ਦੀ ਪਲੇਲਿਸਟ ਦੇ ਅੰਦਰ ਜਾ ਕੇ ਉਹ ਕਲਾਸਾਂ ਦੇਖ ਸਕਦੇ ਨੇ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਅੱਜ ਆਪਾਂ ਹਾਸ ਰਸ ਦੀ। ਹਾਸ ਰਸ ਜਦੋਂ ਸਾਨੂੰ ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਹੈ, ਖੁਸ਼ੀਆਂ ਖੇੜਾ ਤੇ ਚਾਅ ਪਲ ਪਲ ਘਟਦੇ ਹਨ, ਉਦੋਂ ਖਿੜਖਿੜ ਕਰਦਾ ਹਾਸਾ ਸਾਨੂੰ ਰੌਣਕਾਂ ਬਖਸ਼ਦਾ ਹੈ। ਇਸ ਰੌਣਕਾਂ ਬਖਸ਼ ਹਾਸੇ ਤੋਂ ਹੀ ਹਾਸ ਰਸ ਉਜਾਗਰ ਹੁੰਦਾ ਹੈ। ਯਾਨੀ ਬੜਾ ਹੀ ਸਰਲ ਤੇ ਸੌਖਾ ਜਿਹਾ ਸਮਝਣ ਵਾਲਾ ਇਹ ਟੌਪਿਕ ਹੈ ਕਿ ਜਦੋਂ ਸਾਨੂੰ ਕੋਈ ਖੁਸ਼ੀ ਦੇ ਦੇਵੇ ਤੇ ਖੁਸ਼ੀ ਇਸ ਹੱਦ ਤੱਕ ਹੋਵੇ ਕਿ ਅਸੀਂ ਖਿੜਖਿੜਾ ਕੇ ਹੱਸ ਪਈਏ ਤਾਂ ਉਹ ਹਮੇਸ਼ਾ ਹੀ ਹਾਸ ਰਸ ਦੀ ਵੰਨਗੀ ਹੁੰਦੀ ਹੈ। ਉਦੋਂ ਉਸ ਕਿਰਤ ਦੇ ਅੰਦਰੋਂ, ਉਸ ਰਚਨਾ ਦੇ ਅੰਦਰੋਂ ਹਾਸ ਰਸ ਉਜਾਗਰ ਹੁੰਦਾ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਹਾਸ ਰਸ ਦੇ ਬਾਰੇ ਜੋ ਹੋਰ ਅੱਗੇ ਗੱਲ ਦੱਸੀ ਗਈ ਹੈ। ਹਾਸ ਰਸ ਉਹੀ ਹੈ ਗੱਲ ਆਪਾਂ ਜੋ ਪਹਿਲੇ ਦੇਖ ਕੇ ਆਏ ਕਿ ਜ਼ਿੰਦਗੀ ਸਾਨੂੰ ਫਿੱਕੀ ਫਿੱਕੀ ਲੱਗਦੀ ਹੈ, ਖੁਸ਼ੀਆਂ ਖੇੜਾ ਤੇ ਚਾਅ ਪਲ ਪਲ ਘਟਦੇ ਨੇ। ਯਾਨੀ ਜਦੋਂ ਸਾਡੀ ਜ਼ਿੰਦਗੀ ਨੀਰਸ ਹੋ ਜਾਂਦੀ ਹੈ, ਥਕਾਵਟ ਭਰੀ ਹੋ ਜਾਂਦੀ ਹੈ, ਅਸੀਂ ਉਦਾਸ ਹੋ ਜਾਂਦੇ ਹਾਂ, ਤਾਂ ਉਸ ਵੇਲੇ ਜੇਕਰ ਸਾਨੂੰ ਕੋਈ ਹਸਾ ਦੇਵੇ, ਸਾਡੇ ਬੁਝੇ ਹੋਏ ਮਨ ਨੂੰ ਜਗਾ ਦੇਵੇ, ਤਾਂ ਇਹੋ ਜਿਹੀ ਜਿਹੜੀ ਗੱਲ ਹੁੰਦੀ ਹੈ ਉਹ ਹਮੇਸ਼ਾ ਹੀ ਹਾਸ ਰਸ ਦਾ ਨਮੂਨਾ ਹੁੰਦੀ ਹੈ। ਆਪਣੇ ਕੋਲੇ ਜੋ ਅਗਲੀ ਗੱਲ ਆ ਜਾਂਦੀ ਹੈ ਉਹ ਆ ਜਾਂਦੀ ਹੈ ਹਾਸ ਰਸ ਦੇ ਬਾਰੇ ਸਮਝਣਯੋਗ ਗੱਲ ਹੈ ਕਿ ਇਸ ਦੇ ਅੰਦਰ ਦੱਸਿਆ ਗਿਆ ਹੈ, ਆਪਾਂ ਨੂੰ ਸਮਝਾਇਆ ਗਿਆ ਹੈ ਕਿ ਹਾਸ ਰਸ, ਹਾਸਾ ਕਈ ਤਰ੍ਹਾਂ ਦਾ ਹੁੰਦਾ ਹੈ। ਇੱਕ ਹਾਸਾ ਸਾਡੀ ਜੀ ਦੁਖਾਏ, ਇੱਕ ਹਾਸਾ ਸਾਡਾ ਮਨ ਪਰਚਾਏ, ਇੱਕ ਸਾਡਾ ਤਣਾਅ ਘਟਾਏ, ਇੱਕ ਹਾਸਾ ਸਾਨੂੰ ਚੁੱਭ ਲਗਾਵੇ, ਇੱਕ ਉਹ ਵੀ ਹਾਸਾ ਹੈ ਜੋ ਸਮਾਜਿਕ ਬੁਰਾਈਆਂ ਨੂੰ ਨਸਤਰਾ ਲਗਾਵੇ। ਯਾਨੀ ਹਾਸੇ ਦੇ ਕਈ ਪ੍ਰਕਾਰ ਦੱਸੇ ਨੇ ਇਹਨਾਂ ਨੇ। ਕਿਹੜੇ ਨੇ? ਇੱਕ ਤਾਂ ਉਹ ਹੈ ਜਿਹੜਾ ਸਾਡਾ ਜੀ ਦੁਖਾ ਦਿੰਦਾ ਹੈ, ਅਸੀਂ ਕਹਿੰਦੇ ਬਈ ਇਹ ਤਾਂ ਗੱਲ ਚੁੱਭਵੀਂ ਕਹਿ ਗਿਆ। ਇੱਕ ਉਹ ਹੁੰਦਾ ਹੈ ਜਿਹੜਾ ਸਾਡਾ ਮਨ ਪਰਚ ਜਾਂਦਾ ਹੈ ਵੀ ਚਲੋ ਠੀਕ ਹੈ ਯਾਰ 2 ਮਿੰਟ ਆਪਾਂ ਮਨੋਰੰਜਨ ਕਰ ਲਿਆ। ਇੱਕ ਉਹ ਹਾਸਾ ਹੁੰਦਾ ਜਿਹਦੇ ਨਾਲ ਆਪਣਾ ਤਣਾਅ ਹੈ, ਜਿਹੜਾ ਆਪਾਂ ਕਿਸੇ ਮੁਸ਼ਕਿਲ ਦੇ ਅੰਦਰ ਆ, ਦਿਮਾਗ ਸਾਡਾ ਬੋਝਲ ਹੋ ਚੁੱਕਿਆ ਹੈ, ਤਾਂ ਉਦੋਂ ਸਾਨੂੰ ਤਣਾਅ ਘਟਾਉਣ ਵਾਸਤੇ ਕੋਈ ਗੱਲਾਂ ਮਿਲ ਜਾਂਦੀਆਂ ਨੇ। ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਪ੍ਰਕਾਰ ਹੁੰਦੇ ਨੇ ਜਿਹੜੇ ਆਪਾਂ ਹਾਸੇ ਦੇ ਪ੍ਰਕਾਰ ਕਹਿ ਸਕਦੇ ਹਾਂ। ਪਰ ਕਵੀ ਤੇ ਕਲਾਕਾਰ ਦਾ ਹਾਸਾ ਉਸਾਰੂ ਹੁੰਦਾ ਹੈ। ਬੜੀ ਹੀ ਇੰਪੋਰਟੈਂਟ ਗੱਲ ਹੈ ਸਾਥੀਓ। ਕਵੀ ਜਾਂ ਫਿਰ ਜਿਹੜੇ ਕਲਾਕਾਰ ਹੁੰਦੇ ਨੇ, ਅਸੀਂ ਇਹ ਕਹੀਏ ਜਿਹੜੇ ਸਾਹਿਤ ਜੀਵਨ ਦੇ ਅੰਦਰ ਹਾਸਾ ਹੁੰਦਾ ਹੈ ਉਹ ਉਸਾਰੂ ਹੁੰਦਾ। ਉਸਾਰੂ ਦਾ ਮਤਲਬ ਹੁੰਦਾ ਉਹ ਕੁਛ ਸੁਨੇਹਾ ਦੇਣ ਵਾਲਾ ਹੁੰਦਾ ਹੈ। ਉਹਦੇ ਅੰਦਰ ਹਾਸਾ ਇਨਵੋਲਵ ਹੋਏਗਾ, ਇਹ ਤੋਂ ਆਪਾਂ ਨਹੀਂ ਕਿਨਾਰਾ ਕਰ ਸਕਦੇ, ਪਰ ਹਾਸੇ ਦੇ ਅੰਦਰ ਵੀ ਗਿਆਨ ਹੋਏਗਾ ਤੇ ਗਿਆਨ ਹੋਏਗਾ ਉਸ ਨੂੰ ਅੱਗੇ ਵਧਾਉਣ ਵਾਲਾ। ਯਾਨੀ ਇੱਕ ਤਰੀਕੇ ਨਾਲ ਇਹ ਕਹੀਏ ਕਿ ਉਸ ਨੂੰ ਇੱਕ ਸ਼ੀਸ਼ਾ ਦਿਖਾਉਣ ਵਾਲਾ ਕੰਮ ਕਰੇਗਾ, ਚਾਹੇ ਉਹ ਹਾਸਾ ਹੋਵੇ। ਮਨੁੱਖੀ ਜੀਵਨ ਵਿੱਚ ਅਨਮੋਲ ਗੱਲਾਂ, ਅਨਮੋਲ ਘਟਨਾਵਾਂ ਅਤੇ ਹੋਰ ਅਜੋੜ ਤੇ ਅਨਮੋਲ ਹਰਕਤਾਂ ਦਾ ਹਸਾਉਣਾ ਮਸਾਲਾ ਇਕੱਠਾ ਕਰਕੇ ਕਲਾਕਾਰ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦੀ ਲੋਚਾ ਰੱਖਦਾ ਹੈ। ਇਹ ਸਾਹਿਤਕ ਹਾਸਾ ਹੈ। ਯਾਨੀ ਜਿਹੜਾ ਜ਼ਿੰਦਗੀ ਨੂੰ ਇੱਕ ਅਨਮੋਲ ਹਰਕਤਾਂ ਦੇ ਦੁਆਰਾ, ਕੋਈ ਘਟਨਾਵਾਂ ਦੇ ਦੁਆਰਾ ਜੇਕਰ ਆਪਣੀ ਜੀਵਨ ਨੂੰ ਖੁਸ਼ੀਆਂ ਨਾਲ ਭਰ ਦੇਵੇ ਤਾਂ ਉਸ ਨੂੰ ਆਪਾਂ ਸਾਹਿਤਕ ਹਾਸਾ ਕਹਾਂਗੇ। ਯਾਨੀ ਜਿਹੜੀਆਂ ਆਪਣੀਆਂ ਕਿਰਤਾਂ ਨੇ, ਰਚਨਾਵਾਂ ਨੇ, ਉਹਨਾਂ ਤੋਂ ਉਪਜਾ ਹੋਇਆ ਹਾਸਾ, ਤੇ ਉਹ ਹਾਸਾ ਹਮੇਸ਼ਾ ਹੀ ਉਸਾਰੂ ਹੁੰਦਾ ਹੈ, ਕੁਝ ਸਾਨੂੰ ਸੁਨੇਹਾ ਦੇਣ ਵਾਲਾ ਹੁੰਦਾ ਹੈ, ਸਾਨੂੰ ਅੱਗੇ ਵਧਾਉਣ ਵਾਲਾ ਹੁੰਦਾ ਹੈ। ਅਸਲ ਵਿੱਚ ਸਾਹਿਤਕ ਹਾਸਾ ਦੋ-ਧਾਰੀ ਤਲਵਾਰ ਹੈ। ਦੋ-ਧਾਰੀ ਤਲਵਾਰ ਇਸ ਨੂੰ ਕਿਹਾ ਗਿਆ ਸਾਹਿਤਕ ਹਾਸੇ ਨੂੰ। ਉੱਪਰੋਂ ਇਹ ਹੌਲਾ ਫੁੱਲ ਵਰਗਾ ਦਿਸਦਾ ਹੈ, ਪਰ ਵਿੱਚੋਂ ਇਹ ਕੋਈ ਡੂੰਘੀ ਮਾਰ ਕਰਦਾ ਹੈ। ਜਿਵੇਂ ਆਪਾਂ ਪਹਿਲੇ ਵੀ ਗੱਲ ਕਰਕੇ ਆਏ ਹਾਂ ਨਾ ਕਿ ਕਈ ਵਾਰ ਹਾਸਾ ਹੈ ਜਿਹੜਾ ਇਸ ਪ੍ਰਕਾਰ ਦਾ ਹੁੰਦਾ ਹੈ ਕਿ ਉਹ ਕਿਸੇ ਨੂੰ ਚੁੱਭ ਲਾ ਜਾਂਦਾ ਹੈ। ਕਿਉਂ? ਉਹ ਗੱਲ ਜ਼ਰੂਰ ਚੁੱਭ ਲਾਉਣ ਵਾਲੀ ਹੁੰਦੀ ਹੈ, ਪਰ ਕਿਤੇ ਨਾ ਕਿਤੇ ਉਸ ਨੂੰ ਸ਼ੀਸ਼ਾ ਦਿਖਾਉਣ ਵਾਲੀ ਵੀ ਹੁੰਦੀ ਹੈ।
ਤਾਂ ਇਦਾਂ ਦਾ ਵੀ ਹਾਸਾ ਹੋ ਸਕਦਾ ਹੈ। ਦੇਖਣ ਨੂੰ ਹਲਕਾ ਫੁਲਕਾ ਹੁੰਦਾ ਹੈ ਪਰ ਉਹਦੇ ਅੰਦਰ ਬੜਾ ਹੀ ਗਿਆਨ ਜਾਂ ਫਿਰ ਇਹ ਕਹੀਏ ਕਿ ਸਾਨੂੰ ਉਸਾਰੀਪੂਰਨ ਤੱਤ ਹੈ ਜਿਹੜਾ ਉਸ ਦੇ ਅੰਦਰ ਸ਼ਾਮਿਲ ਹੁੰਦਾ ਹੈ। ਸਾਹਿਤਕ ਹਾਸਾ ਕਾਟ ਵੀ ਕਰਦਾ ਹੈ ਪਰ ਪੀੜ ਨਹੀਂ ਹੋਣ ਦਿੰਦਾ, ਯਾਨੀ ਉਹ ਸਾਨੂੰ ਜਿੱਥੇ ਚੁੱਭ ਵੀ ਦਿੰਦਾ ਹੈ ਪਰ ਦਰਦ ਵੀ ਨਹੀਂ ਹੋਣ ਦਿੰਦਾ। ਇਸ ਪ੍ਰਕਾਰ ਦਾ ਇਹ ਸਾਹਿਤਕ ਹਾਸਾ ਹੁੰਦਾ ਹੈ, ਯਾਨੀ ਜਿਹੜੀਆਂ ਰਚਨਾਵਾਂ ਦੇ ਅੰਦਰ ਆਪਾਂ ਨੂੰ ਖੁਸ਼ੀ ਦੇਣ ਵਾਲਾ ਹਾਸਾ ਹੁੰਦਾ ਹੈ। ਹਾਸੇ ਦੀ ਵਿਅੰਗੋਕਤੀ ਕਮਾਲ ਹੈ ਕਿ ਇਹ ਵਿਅਕਤੀ ਜਾਂ ਸਮਾਜ ਨੂੰ ਉਸ ਦੀਆਂ ਕਮੀਆਂ ਤੋਂ ਖਬਰਦਾਰ ਕਰਕੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਯਤਨਸ਼ੀਲ ਹੁੰਦਾ ਹੈ। ਅਸਲ ਦੇ ਅੰਦਰ ਇਸ ਦਾ ਜਿਹੜਾ ਮਨੋਰਥ ਹੈ, ਉਹ ਸਾਹਿਤਕ ਕਿਰਤਾਂ ਦਾ ਜੋ ਮਨੋਰਥ ਇਹ ਹੀ ਹੈ ਕਿ ਉਹ ਹਾਸਾ ਦਿੰਦੇ ਹੋਏ ਉਸ ਨੂੰ ਇੱਕ ਕੋਸ਼ਿਸ਼ ਕਰਦਾ ਹੈ ਕਿ ਮਨੁੱਖ ਨੂੰ ਇੱਕ ਚੰਗੀ ਜ਼ਿੰਦਗੀ ਤਰਜੀਹ ਦੇ ਲਈ ਇੱਕ ਰਸਤਾ ਦਿਖਾ ਸਕੇ। ਜ਼ਰੂਰ ਉਸ ਦੇ ਅੰਦਰ ਹਾਸਾ ਹੁੰਦਾ ਹੈ ਪਰ ਕਿਤੇ ਨਾ ਕਿਤੇ ਉਸਾਰੂ ਤੱਤ ਇਸ ਹੱਦ ਤੱਕ ਉੱਠ ਕੇ ਭਰਿਆ ਹੁੰਦਾ ਹੈ ਕਿ ਇਨਸਾਨੀ ਜੀਵਨ ਨੂੰ ਇੱਕ ਤਰਜੀਹ ਦੇ ਸਕੇ। ਤਾਂ ਇਹ ਸੀ ਸਾਥੀਓ ਹਾਸੇ ਦੇ ਬਾਰੇ ਕੁਝ ਗੱਲਾਂ ਕਿ ਹਾਸਾ ਕਿੱਦਾਂ ਦਾ ਹੁੰਦਾ ਹੈ, ਕੀ ਕੁਝ ਸਾਨੂੰ ਉਹ ਦੇ ਕੇ ਜਾ ਸਕਦਾ ਹੈ। ਹੁਣ ਆਪਣੇ ਕੋਲੇ ਹਾਸੇ ਦੇ ਬਾਰੇ ਜੋ ਗੱਲਾਂ ਨੇ, ਜਿਵੇਂ ਕਿ ਕੁਝ ਸਾਹਿਤਕਾਰਾਂ ਦੀਆਂ ਗੱਲਾਂ ਨੇ। ਪੰਜਾਬੀ ਸਾਹਿਤ ਵਿੱਚ ਸੁਥਰਾ, ਤੁਸੀਂ ਨਾਮ ਸੁਣਿਆ ਹੋਵੇਗਾ, ਜਿਹੜੇ ਵਿਦਿਆਰਥੀ ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਸੁਥਰੇ ਦਾ ਨਾਮ ਸੁਣਿਆ ਹੋਵੇਗਾ। ਬੁੱਲੇ ਸ਼ਾਹ ਦਾ ਨਾਮ ਤਾਂ ਸੁਣੇ ਤੋਂ ਬਗੈਰ ਅਸੀਂ ਪੰਜਾਬੀ ਨਹੀਂ ਪੜ੍ਹ ਸਕਦੇ, ਕਿਉਂਕਿ ਜੇਕਰ ਬੁੱਲੇ ਸ਼ਾਹ ਦਾ ਨਾਮ ਅਸੀਂ ਨਹੀਂ ਲਿਆ ਤਾਂ ਫਿਰ ਪੰਜਾਬੀ ਕਾਸਤੀ। ਤੇ ਹਾਸ ਰਸੀ ਕਾਵੀ ਬੋਲ ਮਸ਼ਹੂਰ ਹਨ, ਯਾਨੀ ਇਹ ਜਿਹੜੇ ਸਾਡੇ ਕੋਲ ਕਵੀ ਹੋਏ ਨੇ ਇਹਨਾਂ ਦੇ ਜਿਹੜੇ ਕਵਿਤਾ ਦੇ ਬੋਲ ਨੇ ਉਹ ਹਾਸ ਰਸ ਭਰਪੂਰ ਨੇ। ਸੁਥਰੇ ਦੇ ਸਿੱਧੇ ਸਾਦੇ ਬੋਲ ਵੀ ਕਿੰਨਾ ਮਿੰਨਾ ਹਾਸਾ ਛੇੜਦੇ ਨੇ। ਕਈ ਵਾਰੀ ਗੱਲਾਂ ਤਾਂ ਬੜੀਆਂ ਸਿੱਧੀਆਂ ਸੁਖਾਲੀਆਂ ਜਿਹੀਆਂ ਹੁੰਦੀਆਂ ਪਰ ਉਹ ਬੜਾ ਹੀ ਮਨ ਹੀ ਮਨ ਉਹ ਸਾਨੂੰ ਉਤਸ਼ਾਹਿਤ ਕਰ ਜਾਂਦੀਆਂ ਨੇ, ਮਨ ਹੀ ਮਨ ਸਾਡਾ ਹਸਾਉਣ ਲੱਗ ਜਾਂਦੀਆਂ ਨੇ। ਜਿਵੇਂ ਕਿ ਇੱਥੇ ਇਹ ਕੁਝ ਗੱਲਾਂ ਸੁਥਰੇ ਦੀਆਂ ਸਿੱਧੀਆਂ ਸਾਦੀਆਂ ਗੱਲਾਂ ਆਈਆਂ। ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲੰਭਾ ਲਾਇਆ। ਇਹ ਸੁਥਰੇ ਦੀਆਂ ਗੱਲਾਂ ਨੇ, ਕਾਵੀ ਸਤਰਾਂ ਨੇ। ਜਿੱਥੇ ਆਪਾਂ ਨੂੰ ਇਹ ਸੁੱਖ ਆਨੰਦ ਦੇ ਰਿਹਾ ਉੱਥੇ ਆਪਾਂ ਨੂੰ ਕਿਤੇ ਨਾ ਕਿਤੇ ਹਸਾ ਵੀ ਰਿਹਾ ਕਿ ਦੇਖੋ ਛੋਟੇ ਹੁੰਦੇ ਆਪਾਂ ਢੱਗੇ ਚਾਰੇ, ਵੱਡੇ ਹੋ ਕੇ ਆਪਾਂ ਹਲ ਵਾਹਿਆ, ਬੁੱਢੇ ਹੋਏ ਮਾਲਾ ਫੇਰੀ, ਤੇ ਕਹਿੰਦੇ ਰੱਬ ਦਾ ਉਲੰਭਾ ਲਾਤਾ। ਹੁਣ ਰੱਬ ਦੇ ਉੱਪਰ ਅਹਿਸਾਨ ਜਤਾਇਆ ਜਾ ਰਿਹਾ ਕਿ ਰੱਬਾ ਤੇਰਾ ਉਲੰਭਾ ਲਾਤਾ ਅਸੀਂ, ਤਾਂ ਇਹ ਹਾਸਾ ਪੈਦਾ ਕਰ ਰਿਹਾ। ਹੁਣ ਆਪਾਂ ਬੁੱਲੇ ਦੀ ਗੱਲ ਕਰਨੇ ਨੇ। ਬੁੱਲਾ ਸ਼ਾਹ ਕੀ ਕਹਿੰਦਾ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ। ਇਹ ਗੱਲ ਅਸੀਂ ਬਹੁਤ ਜਗ੍ਹਾ ਪੜ੍ਹੀ ਵੀ ਹੋਏਗੀ ਤੇ ਬੜੀ ਹੀ ਸੁਖਾਲੀ ਤੇ ਸਹਿਜ ਹੈ ਕਿ ਬੁੱਲਾ ਬੜੇ ਸੌਖੇ ਤਰੀਕੇ ਨਾਲ ਕਹਿੰਦਾ ਵੀ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਜਿਵੇਂ ਕਿ ਬੜੀ ਹੀ ਸੌਖੀ ਜੀ ਗੱਲ ਹੈ ਪਰ ਇਹ ਬੁੱਲੇ ਸ਼ਾਹ ਕਹਿੰਦਾ ਹੈ। ਤੇ ਇਹ ਹਾਸਾ ਪੈਦਾ ਕਰਨ ਵਾਲੀਆਂ ਗੱਲਾਂ ਨੇ ਪਰ ਅਸਲ ਦੇ ਅੰਦਰ ਇਹ ਉਸਾਰੂ ਤੱਤ ਵੀ ਨੇ। ਚਰਨ ਸਿੰਘ ਸ਼ਹੀਦ ਇੱਕ ਪੰਜਾਬੀ ਕਵੀ ਹੈ, ਸਾਡਾ ਆਧੁਨਿਕ ਕਵੀ ਹੈ। ਬਾਦਸ਼ਾਹੀਆਂ, ਈਸਰ ਸਿੰਘ ਭਾਈਆ, ਸੂਬਾ ਸਿੰਘ, ਡਾਕਟਰ ਗੁਰਨਾਮ ਸਿੰਘ ਤੀਰ ਵੀ ਹਾਸ ਰਸੀ ਕਵੀ ਨੇ। ਯਾਨੀ ਇਹ ਕੁਝ ਕਵੀਆਂ ਦੇ ਨਾਮ ਆਏ ਨੇ ਜਿਵੇਂ ਕਿ ਚਰਨ ਸਿੰਘ ਸ਼ਹੀਦ, ਈਸਰ ਸਿੰਘ, ਸੂਬਾ ਸਿੰਘ, ਗੁਰਨਾਮ ਸਿੰਘ। ਇਸ ਜਿੰਨੇ ਵੀ ਨਾਮ ਨੇ ਇਹ ਪੰਜਾਬੀ ਸਾਹਿਤ ਦੇ ਅੰਦਰ ਕਿ ਹਾਸ ਰਸ ਕਵੀ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ। ਤੀਰ ਜਿਹੜਾ ਡਾਕਟਰ ਗੁਰਨਾਮ ਸਿੰਘ ਤੀਰ ਹੈ, ਉਸਨੇ ਇੱਕ ਕਵਿਤਾ ਲਿਖੀ ਸੀ ਸਾਥੀਓ, ਰਾਂਝੇ ਦਾ ਮੈਮੋਰੈਂਡਮ। ਤੁਸੀਂ ਹੀਰ ਰਾਂਝੇ ਕਿਸੇ ਬਹੁਤ ਸਾਰੇ ਕਿੱਸੇਕਾਰਾਂ ਦੇ ਪੜ੍ਹੇ ਹੋਣਗੇ ਪਰ ਗੁਰਨਾਮ ਸਿੰਘ ਤੀਰ ਨੇ ਇੱਕ ਹਾਸ ਰਸੀ ਕਵਿਤਾ ਲਿਖੀ ਸੀ, ਰਾਂਝੇ ਦਾ ਮੈਮੋਰੈਂਡਮ। ਯਾਨੀ ਅਸੀਂ ਇਹ ਕਹੀਏ ਕਿ ਰਾਂਝੇ ਦਾ ਅੰਗਰੇਜ਼ੀਕਰਨ ਕੀਤਾ ਸੀ। ਉਸ ਦੀ ਵੰਨਗੀ ਹੈ ਜਿਹੜੀ ਉਹ ਆਪ ਨੂੰ ਇੱਥੇ ਸਮਝਾ ਰਹੇ ਹਾਂ। ਯਾਨੀ ਇਸ ਦੇ ਅੰਦਰ ਇਹ ਸਮਝਾਇਆ ਗਿਆ ਸੀ ਕਿ ਜਿਹੜੇ ਅਸੀਂ ਸਾਹਿਤ ਦੇ ਅੰਦਰ ਪੜ੍ਹ ਕੇ ਰਾਂਝਾ ਪੜ੍ਹਦੇ ਆ ਰਹੇ ਹਾਂ, ਹੀਰ ਰਾਂਝਾ ਪੜ੍ਹਦੇ ਆ ਰਹੇ ਹਾਂ, ਉਹ ਅੱਜ ਦੇ ਜੀਵਨ ਦੇ ਅੰਦਰ ਕਿਸ ਪ੍ਰਕਾਰ ਦਾ ਹੈ। ਇਹ ਪ੍ਰਸਿੱਧ ਪੰਜਾਬੀ ਜਿਹੜਾ ਹਾਸ ਰਸੀ ਕਵੀ ਹੈ ਡਾਕਟਰ ਗੁਰਨਾਮ ਸਿੰਘ ਤੀਰ, ਉਸ ਦੀ ਕਵਿਤਾ ਰਾਂਝੇ ਦਾ ਮੈਮੋਰੈਂਡਮ ਦੇ ਅੰਦਰੋਂ ਲਿਆ ਗਿਆ, ਜੋ ਕਿ ਮੈਂ ਆਪ ਨੂੰ ਹੁਣ ਪੜ੍ਹ ਕੇ ਵੀ ਸੁਣਾ ਦੇਣਾ। ਤੁਹਾਨੂੰ ਹਾਸਾ ਵੀ ਪੈਦਾ ਕਰੇਗਾ ਤੇ ਨਾਲ ਹੀ ਨਾਲ ਇਹ ਕਿਤੇ ਨਾ ਕਿਤੇ ਆਪਾਂ ਨੂੰ ਗਿਆਨ ਵੀ ਦੇਗਾ। ਤਾਂ ਆਓ ਦੇਖਦੇ ਹਾਂ ਆਪਾਂ ਤੀਰ ਦੀ ਉਹ ਕਵਿਤਾ, ਰਾਂਝੇ ਦਾ ਮੈਮੋਰੈਂਡਮ। ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ, ਅੱਜ ਆਖਣੇ ਦੀ ਪੈ ਗਈ ਲੋੜ ਹੀਰੇ, ਫਸਟ ਏਡ ਦੀ ਥਾਂ ਤੇ ਤੂੰ ਰੈੱਡ ਕੀਤਾ, ਸਾਡਾ ਹਿੱਲਿਆ ਏ ਜੋੜ ਜੋੜ ਹੀਰੇ, ਜੇ ਤੂੰ ਖੇੜਿਆਂ ਬਾਝ ਨਹੀਂ ਰਹਿ ਸਕਦੀ, ਮੱਝਾਂ ਚਾਰਿਆਂ ਦੇ ਪੈਸੇ ਮੋੜ ਹੀਰੇ, ਮੇਰੇ ਟੀਏ ਤੇ ਡੀਏ ਦਾ ਕਰ ਲੇਖਾ,
मैं ना मंगदा लख करोड़ हीरे। हीरा होर नहीं जग विच बहुत हीरा है, पर रांझिਆਂ ਦੀ शॉर्टेज हीरे। ਇੱਥੇ ਚੱਲਦੀ ਬੜੀ ਫਲਰਟੇਸ਼ਨ, ਸੱਚੇ ਆਸ਼ਕਾਂ ਦੀ ਨਹੀਂਓ ਏਜ ਹੀਰੇ। ਹਿੰਦੂ ਕੋਡ ਵਿਰਾਸਤ ਦਾ ਬਿੱਲ ਪੜ ਲੈ, ਹੁਣ ਹੋਰ ਤੋਂ ਹੋਰ ਦਹੇਜ ਹੀਰੇ। ਮੇਰੀ ਮੰਨ ਲੈ ਰਲ ਕੇ ਕੰਮ ਕਰੀਏ, ਲਿਖੀਏ ਹਿਸਟਰੀ ਦਾ ਨਵਾਂ ਪੇਜ ਹੀਰੇ। ਸਾਥੀਓ, ਕਿਤੇ ਨਾ ਕਿਤੇ ਜਿਹੜਾ ਪੰਜਾਬੀ ਕਵੀ ਹੈ ਗੁਰਨਾਮ ਸਿੰਘ ਧੀਰ, ਉਸਨੇ ਰਾਂਝੇ ਦਾ ਆਧੁਨਿਕੀਕਰਨ ਅਸੀਂ ਕਹਿ ਸਕਦੇ ਹਾਂ। ਕਿੱਸੇ ਵਾਲੇ ਰਾਂਝੇ ਨੂੰ ਕੱਢ ਕੇ ਉਸਨੇ ਅੱਜ ਦੇ 21ਵੀਂ ਸਦੀ ਦੇ ਰਾਂਝੇ ਨੂੰ ਪੇਸ਼ ਕੀਤਾ ਹੈ। ਤਾਂ ਇਹ ਕਿਤੇ ਨਾ ਕਿਤੇ ਸਾਡੇ ਜੀਵਨ ਯਾਪਨ ਨੂੰ ਜਿੱਥੇ ਹਾਸਾ ਦੇ ਰਿਹਾ ਹੈ, ਉੱਥੇ ਹੀ ਸਾਨੂੰ ਗਿਆਨ ਵੀ ਦੇ ਰਿਹਾ ਕਿ ਸਾਡਾ ਜੀਵਨ ਹੈ ਜਿਹੜਾ ਪੁਰਾਣੇ ਪਿਆਰ ਤੋਂ ਭਟਕ ਕੇ ਅੱਜ ਲੇਖੇ ਜੋਖੇ ਉੱਪਰ ਆ ਕੇ ਖੜਾ ਹੋ ਗਿਆ। ਤਾਂ ਇੱਦਾਂ ਦੇ ਜਿਹੜੇ ਤੱਤ ਨੇ ਸਾਥੀਓ, ਇਹ ਹਾਸ ਰਸ ਪੈਦਾ ਕਰਨ ਵਾਲੇ ਨੇ, ਤੇ ਹਾਸ ਰਸ ਜ਼ਿੰਦਗੀ ਦੇ ਲਈ ਬੜਾ ਹੀ ਜ਼ਰੂਰੀ ਤੇ ਬੜਾ ਅਹਿਮ ਇੱਕ ਰਸ ਹੈ। ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਰਸਹੀਨ ਮੰਨ ਸਕਦੇ ਹਾਂ, ਅਸੀਂ ਉਹ ਨੀਰਸ ਮੰਨ ਸਕਦੇ ਹਾਂ, ਅਕਾਊ ਮੰਨ ਸਕਦੇ ਹਾਂ। ਮੈਨੂੰ ਆਸ ਹੈ ਕਿ ਆਪ ਨੂੰ ਇਸ ਰਸ ਦੇ ਬਾਰੇ ਸਮਝ ਆ ਗਈ ਹੋਵੇਗੀ। ਆਪ ਕੋਲ ਵੀ ਜੇਕਰ ਇੱਦਾਂ ਦੀਆਂ ਹਾਸ ਰਸ ਭਰਪੂਰ ਰਚਨਾਵਾਂ ਹੋਣ ਤਾਂ ਉਹ ਜ਼ਰੂਰ ਤੁਸੀਂ ਚੈਨਲ ਨੂੰ ਸੈਂਡ ਕਰ ਦੇਣਾ, ਕਿਉਂਕਿ ਮੈਂ ਇੱਦਾਂ ਦੀਆਂ ਰਚਨਾਵਾਂ ਪੜ੍ਹ ਕੇ ਹੋਰ ਪਾਠਕਾਂ ਨਾਲ ਸਾਂਝਾ ਕਰ ਲਵਾਂਗਾ, ਜਿਸ ਨਾਲ ਜਿੱਥੇ ਆਪਾਂ ਪੜ੍ਹਾਈ ਨਾਲ ਜੁੜੇ ਰਹਾਂਗੇ ਉੱਥੇ ਹੀ ਆਪਾਂ ਨੂੰ ਕਿਤੇ ਨਾ ਕਿਤੇ ਖੁਸ਼ ਹੋਣ ਦੇ 2-4 ਪਲ ਮਿਲਦੇ ਰਹਿਣਗੇ। ਇਹਨਾਂ ਆਸਾਂ ਦੇ ਨਾਲ ਮਿਲਦੇ ਹਾਂ ਅਗਲੀ ਕਲਾਸ ਦੇ ਅੰਦਰ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।